ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰਗੱਦੀ ਤੇ ਬਿਰਾਜਮਾਨ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਜੀ ਅੰਮ੍ਰਿਤ ਵੇਲੇ ਤੋਂ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਸਰਵਣ ਕਰ ਰਹੇ ਸੀ। ਸੋ ਆਓ, ਸਮਾਂ ਹੋਇਆ ਹੈ ਲੜੀਵਾਰ ਸ਼ਬਦ ਵਿਚਾਰ ਦਾ। ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸਤਿਗੁਰੂ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਭੱਟ ਸਾਹਿਬਾਨਾਂ ਦੀ ਰਸਨਾ ਤੋਂ ਗੁਰੂ ਸਿਫਤ ਵਿੱਚ ਉਚਾਰਨ ਕੀਤੇ ਹੋਏ ਸਵਈਆਂ ਦੀ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਿਫਤ ਵਿੱਚ ਜੋ ਭੱਟ ਸਾਹਿਬਾਨਾਂ ਨੇ ਸਵਈਏ ਉਚਾਰਨ ਕੀਤੇ ਹੈ, ਸੋ ਆਪ ਜੀ ਸਰਵਣ ਕਰ ਰਹੇ ਹੋ। ਕੱਲ੍ਹ ਭੱਟ ਗੋਇੰਦ ਜੀ ਦੇ ਉਚਾਰਨ ਕੀਤੇ ਹੋਏ ਪੰਜ ਸਵਈਆਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਸੀ। ਜਿਨ੍ਹਾਂ ਪੰਜਾਂ ਸਵਈਆਂ ਦੀ ਚਾਲ ਵੱਖਰੀ ਹੈ, ਉਸ ਤੋਂ ਅੱਗੇ ਹੁਣ ਤਿੰਨ ਸਵਈਏ ਭੱਟ ਗੋਇੰਦ ਦੇ ਉਚਾਰਨ ਕੀਤੇ ਹੋਏ ਹੋਰ ਆਉਣਗੇ। ਫਿਰ ਉਸ ਤੋਂ ਅੱਗੇ ਭੱਟ ਮਥੁਰਾ ਜੀ ਦੇ 7 ਸਵਈਏ ਉਚਾਰਨ ਕੀਤੇ ਹੋਏ ਆਉਣਗੇ। ਸੋ ਆਓ, ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਬਾਰਕ ਅੰਗ 1403 ਤੋਂ ਸੱਚੇ ਪਾਤਸ਼ਾਹ ਜੀ ਪਾਵਨ ਉਪਦੇਸ਼ ਬਖਸ਼ ਰਹੇ ਹੈ। ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸੇਵਕ ਕਾ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਸੋ ਭੱਟ ਗੋਇੰਦ ਜੀ ਉਚਾਰਨ ਕਰਦੇ ਹੈ ਕਿ ਹੇ ਵਾਹਿਗੁਰੂ ਪ੍ਰਮਾਤਮਾ, ਯੁਗਾਂ ਯੁਗਾਂ ਦੇ ਵਿੱਚ ਆਪ ਜੀ ਨੇ ਸੇਵਕਾਂ ਦੇ ਖਜ਼ਾਨੇ ਭਰਪੂਰ ਕੀਤੇ ਹੈ। ਸੇਵਕਾਂ ਦੇ ਹਿਰਦੇ ਗੁਣਾਂ ਦੇ ਨਾਲ ਭਰੇ ਹੋਏ ਹੈ। ਸੱਚੇ ਪਾਤਸ਼ਾਹ, ਇਹ ਸਾਰਾ ਤੁਹਾਡਾ ਹੀ ਤੇਜ ਪ੍ਰਤਾਪ ਹੈ। ਤੇਰਾ ਸਭ ਸਦਕਾ, ਤੁਹਾਡਾ ਹੀ ਤੇਜ ਪ੍ਰਤਾਪ ਹੈ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਇੱਥੇ ਸ਼ਬਦ ਵਾਹਿਗੁਰੂ ਆਇਆ ਹੈ। ਸਿਹਾਰੀ ਤੋਂ ਬਿਨਾਂ ਹਾਹੇ ਨੂੰ ਸਿਹਾਰੀ ਨਹੀਂ। ਕੱਲ੍ਹ ਜੋ ਆਪਾਂ ਵਿਚਾਰ ਸਰਵਣ ਕੀਤੀ ਹੈ, ਪਿੱਛੇ 12 ਵਾਰਾਂ ਸ਼ਬਦ ਵਾਹਿਗੁਰੂ 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 ਆਇਆ ਹੈ। ਕੁੱਲ 13 ਵਾਰਾਂ ਇਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਇੱਕ ਵਾਰ ਹੁਣੇ ਵਿਚਾਰ ਕਰਦਿਆਂ ਹੋਇਆਂ ਅੱਗੇ ਆ ਜਾਵੇਗਾ। ਇੱਥੇ ਭੱਟ ਸਾਹਿਬਾਨਾਂ ਦੀ ਰਸਨਾ ਤੋਂ ਸਤਿਗੁਰੂ ਨੇ ਵਾਹਿਗੁਰੂ ਉਚਾਰਨ ਕੀਤਾ ਹੈ। ਇਸੇ ਤਰ੍ਹਾਂ ਜਦੋਂ ਆਪਾਂ ਗੁਜਰੀ ਕੀ ਵਾਰ ਪੜ੍ਹਦੇ ਹਾਂ, ਉੱਥੇ ਵਾਹੋ ਵਾਹੋ ਕਿਹਾ ਹੈ ਪਰਮੇਸ਼ਰ ਵਾਹਿਗੁਰੂ ਜੀ ਨੂੰ, ਉਹਦੇ ਨਾਮ ਨੂੰ। ਨਾਮ ਤੇ ਨਾਮੀ ਵਿੱਚ ਕੋਈ ਭੇਦ ਨਹੀਂ। ਵਾਹਿਗੁਰੂ ਪਰਮਾਤਮਾ ਅਸਚਰਜ ਰੂਪ ਹੈ। ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਪ੍ਰੇਰਕ ਹੈ ਸਾਰਿਆਂ ਦਾ ਉਹ। ਸੋ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਹੋਈ। ਭਾਈ ਗੁਰਦਾਸ ਜੀ ਨੇ ਗਵਾਹੀ ਭਰੀ ਹੈ। ਗੁਰਮੰਤਰ ਵਾਹਿਗੁਰੂ ਹੈ। ਸਤਿਗੁਰੂ ਨੇ ਇੱਥੇ ਵਾਹਿਗੁਰੂ ਵੀ ਉਚਾਰਿਆ ਹੈ। ਸੋ ਮਹਾਰਾਜ ਮਿਹਰਾਮਤ ਕਰਦੇ ਹੈ। ਸੋ ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਵੀ ਵਾਹਿਗੁਰੂ ਜੀ ਕੀ ਫਤਿਹ ਉਚਾਰਦੇ ਹੈ ਦਸਮ ਗ੍ਰੰਥ ਦੀ ਬਾਣੀ ਵਿੱਚ। ਭੱਟ ਗੋਇੰਦ ਜੀ
ਅਚਰਜ ਰੂਪ ਹੈ ਜੋ, ਵਾਹ ਧਨਤਾ ਦੇ ਯੋਗ ਹੈ। ਐਸਾ ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਵਾਹਿਗੁਰੂ ਪਰਮਾਤਮਾ। ਵਾਹਿਗੁਰੂ ਤੇਰਾ ਸਭ ਸਦਕਾ। ਹੇ ਵਾਹਿਗੁਰੂ, ਸਾਰਿਆਂ ਸੇਵਕਾਂ ਨੂੰ ਤੇਰਾ ਹੀ ਸਦਕਾ ਭਰੋਸਾ ਹੈ। ਔਰ ਜੁਗਾਂ ਜੁਗਾਂ ਦੇ ਵਿੱਚ ਸੇਵਕ ਜਨਾਂ ਦੇ ਤੂੰ ਖਜ਼ਾਨੇ ਭਰਪੂਰ ਕਰਦਾ ਆਇਆ ਹੈ। ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੇ ਕੋ ਤੂੰ ਕਦ ਕਾ। ਹੇ ਪ੍ਰਭੂ, ਤੂੰ ਆਕਾਰ ਰਹਿਤ ਹੈ। ਨਿਰਗੁਣ ਸਰੂਪ ਵਿੱਚ ਤੇਰਾ ਕੋਈ ਆਕਾਰ ਨਹੀਂ। ਸਦਾ ਸਲਾਮਤ, ਤੂੰ ਸਦਾ ਹੀ ਟਿਕਿਆ ਰਹਿਣ ਵਾਲਾ ਹੈ। ਜਦੋਂ ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਪ੍ਰਭੂ, ਤੂੰ ਸਦਾ ਹੀ ਕਾਇਮ ਰਹਿਣ ਵਾਲਾ ਹੈ, ਕਦੇ ਨਾਸ਼ ਹੋਣ ਵਾਲਾ ਨਹੀਂ, ਸਦਾ ਹੀ ਟਿਕਿਆ ਰਹਿਣ ਵਾਲਾ। ਸਲਾਮਤ, ਜਿਹਦੀ ਸਥਿਤੀ ਸਦਾ ਹੈ, ਜਿਸ ਦਾ ਟਿਕਾਓ ਸਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕੋਊ ਤੂੰ ਕਦ ਕਾ। ਤੂੰ ਕਦੋਂ ਦਾ ਹੈ, ਤੂੰ ਕਦੋਂ ਤੋਂ ਪ੍ਰਗਟ ਹੋਇਆ ਹੈ, ਇਸ ਬਾਰੇ ਕੋਈ ਵੀ ਕਹਿ ਨਹੀਂ ਸਕਦਾ, ਕੋਈ ਵੀ ਬਿਆਨ ਨਹੀਂ ਕਰ ਸਕਦਾ। ਬ੍ਰਹਮਾ ਵਿਸ਼ਨ ਸਿਰ ਤੇ ਅਗਨਤ, ਤਿਨ ਕੋ ਮੋਹ ਪਾਇਆ ਮਨ ਮਦ ਕਾ। ਬ੍ਰਹਮਾ ਵਿਸ਼ਨ ਸਿਰੇ ਤੈ ਅਗਨਤ। ਹੇ ਵਾਹਿਗੁਰੂ ਪਰਮਾਤਮਾ, ਬ੍ਰਹਮਾ ਤੇ ਵਿਸ਼ਨੂੰ ਇੱਕ ਦੋ ਨਹੀਂ, ਇਹ ਤੂੰ ਅਣਗਿਣਤ ਹੀ ਸਿਰਜੇ ਹੈ, ਬਣਾਏ ਹੈ। ਜਦੋਂ ਅਸੀਂ ਪਾਠ ਕਰਦੇ ਹਾਂ ਚਾਲ ਅਨੁਸਾਰ, ਬ੍ਰਹਮਾ ਵਿਸ਼ਨ ਸਿਰੇ ਤੈ ਅਗਨਤ, ਤਿਨ ਕਉ ਮੋਹ ਭਇਆ ਮਨ ਮਦ ਕਾ। ਔਰ ਇਸੇ ਤਰ੍ਹਾਂ ਅਰਥ ਵੇਲੇ ਇਹ ਸ਼ਬਦ ਅਗਨਤ ਭਾਵ ਅਣਗਿਣਤ ਹੀ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ। ਕਿਉਂਕਿ ਸਾਧ ਸੰਗਤ ਇੱਕ ਚਾਲ ਦੇ ਨਾਲ ਪਾਠ ਹੁੰਦਾ ਹੈ, ਇੱਕ ਅਰਥ ਦੇ ਨਾਲ ਵਿਸ਼ਰਾਮ ਵੀ ਲੱਗਦਾ ਹੈ। ਜਿਵੇਂ ਅਸੀਂ ਪਿੱਛੇ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਪੜ੍ਹ ਕੇ ਆਏ ਹਾਂ, ਸੰਸਾਰ ਅਗਮ ਸਾਗਰ ਤੁਲਹਾ, ਹਰ ਨਾਮ ਗੁਰੂ ਮੁਖ ਪਾਇਆ। ਇਹ ਚਾਲ ਦੇ ਨਾਲ ਵਿਸ਼ਰਾਮ ਹੈ। ਅਰਥ ਦੇ ਨਾਲ ਲੱਗੇਗਾ, ਸੰਸਾਰ ਅਗਮ ਸਾਗਰ ਤੁਲਹਾ, ਹਰ ਨਾਮ ਗੁਰੂ ਮੁਖ ਪਾਇਆ। ਇਸ ਤਰ੍ਹਾਂ ਇਹ ਧਿਆਨ ਰੱਖਣਾ ਪੈਂਦਾ, ਖਿਆਲ ਰੱਖਣਾ ਪੈਂਦਾ ਹੈ। ਬ੍ਰਹਮਾ ਵਿਸ਼ਨ ਸਿਰੇ ਤੈ ਅਗਨਤ। ਹੇ ਵਾਹਿਗੁਰੂ, ਤੂੰ ਅਣਗਿਣਤ ਹੀ ਬ੍ਰਹਮਾ ਵਿਸ਼ਨੂੰ ਪੈਦਾ ਕੀਤੇ ਹੈ, ਸਿਰਜੇ ਹੈ। ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਪੜ੍ਹਦੇ ਹਾਂ, ਭੈਰੋ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਬਚਨ ਆਉਂਦੇ ਹੈ ਵੀ ਵਾਹਿਗੁਰੂ ਨੇ ਕਰੋੜਾਂ ਹੀ ਵਿਸ਼ਨੂੰ ਪੈਦਾ ਕੀਤੇ ਹੈ। ਕੋਟ ਬਿਸ਼ਨ ਕੀਨੇ ਅਵਤਾਰ, ਕੋਟ ਬ੍ਰਹਿਮੰਡ ਜਾ ਕੇ ਧਰਮਸਾਲ। ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਣ ਲਾਏ। ਪਾਤਸ਼ਾਹ ਕਹਿੰਦੇ ਇੱਕ ਨਹੀਂ, ਹੇ ਨਿਰੰਕਾਰ ਵਾਹਿਗੁਰੂ, ਤੂੰ ਕਰੋੜਾਂ ਹੀ ਵਿਸ਼ਨੂੰ ਪੈਦਾ ਕੀਤੇ ਹੈ, ਕਰੋੜਾਂ ਬ੍ਰਹਿਮੰਡ ਪੈਦਾ ਕੀਤੇ ਹੈ। ਇਹ ਸਾਰੇ ਤੇਰੇ ਅਸਥਾਨ ਨੇ, ਜਿਹੜੇ ਕਰੋੜਾਂ ਬ੍ਰਹਿਮੰਡ ਤੂੰ ਪੈਦਾ ਕੀਤੇ ਹੈ। ਮਾਲਕ ਹੈ ਤੂੰ ਇਹਨਾਂ ਸਾਰਿਆਂ ਦਾ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਪ੍ਰਤ ਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਪਰਮਾਤਮਾ ਨੇ ਕਰੋੜਾਂ ਦੇ ਗਿਣਤੀ ਦੇ ਵਿੱਚ ਇਹ ਪੈਦਾ ਕੀਤੇ ਹੈ ਬ੍ਰਹਮਾ ਵਿਸ਼ਨੂੰ। ਕੋਟ ਬ੍ਰਹਮੇ ਜਗ ਸਾਜਣ ਲਾਏ। ਇੱਕ ਦੋ ਨਹੀਂ, ਕਰੋੜਾਂ ਬ੍ਰਹਮੇ ਜਗਤ ਸਾਜਣ ਵਾਸਤੇ ਲਾਏ ਹੋਏ ਹੈ। ਸੋ ਪਾਤਸ਼ਾਹ ਜੀ ਫਰਮਾਉਂਦੇ ਹੈ, ਹੇ ਵਾਹਿਗੁਰੂ, ਬ੍ਰਹਮਾ ਵਿਸ਼ਨੂੰ ਇਹ ਅਣਗਿਣਤ ਹੀ ਤੂੰ ਸਿਰਜੇ ਹੈ, ਬਣਾਏ ਹੈ। ਤਿਨ ਕਉ ਮੋਹ ਭਇਆ ਮਨ ਮਦ ਕਾ। ਉਹਨਾਂ ਨੂੰ ਆਪਣੇ ਮਨ ਦੇ ਹੰਕਾਰ ਦਾ ਮੋਹ ਹੋ ਗਿਆ। ਬ੍ਰਹਮੇ ਨੂੰ ਇਹ ਹੰਕਾਰ ਹੋ ਗਿਆ ਵੀ ਸ੍ਰਿਸ਼ਟੀ ਸਾਜਣ ਵਾਲਾ ਮੈਂ ਹਾਂ। ਵਿਸ਼ਨੂੰ ਨੂੰ ਹੰਕਾਰ ਹੋ ਗਿਆ ਪਾਲਣ ਵਾਲਾ ਮੈਂ ਹਾਂ, ਰੋਜੀ ਦੇਣ ਵਾਲਾ ਮੈਂ ਹਾਂ। ਹੇ ਨਿਰੰਕਾਰ, ਇਹ ਆਪਣੇ
ਹੰਕਾਰ ਦੇ ਵਿੱਚ ਹੀ ਖਪ ਗਏ ਹੈ। ਤੂੰ ਤਾਂ ਸਦਾ ਕਾਇਮ ਰਹਿਣ ਵਾਲਾ ਹੈ, ਇਹ ਸਦਾ ਰਹਿਣ ਵਾਲੇ ਨਹੀਂ। ਔਰ ਫਿਰ ਤੂੰ ਕਦੋਂ ਤੋਂ ਹੈ, ਇਹਦੇ ਬਾਰੇ ਕੋਈ ਵੀ ਦੱਸ ਨਹੀਂ ਸਕਦਾ। ਤੇਰੇ ਬਾਰੇ ਦੱਸਣੀ ਤਾਂ ਦੂਰ ਦੀ ਗੱਲ ਹੈ, ਤੇਰੀ ਇਹ ਸਾਜੀ ਹੋਈ ਜਿਹੜੀ ਸ੍ਰਿਸ਼ਟੀ ਹੈ ਇਹਦੇ ਬਾਰੇ ਕੋਈ ਨਹੀਂ ਦੱਸ ਸਕਦਾ। ਅਸੀਂ ਰੋਜ਼ ਜਪਜੀ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ ਕਿ ਜਦੋਂ ਇਹ ਸ੍ਰਿਸ਼ਟੀ ਸਾਜੀ ਗਈ, ਪੈਦਾ ਕੀਤੀ ਪਰਮਾਤਮਾ ਨੇ, ਸਮਾਂ ਕਿਹੜਾ ਸੀ, ਵੇਲਾ ਵਕਤ ਕਿਹੜਾ ਸੀ, ਕੋਈ ਥਿਤ ਕਿਸੇ ਜੋਗੀ ਨੂੰ ਨਹੀਂ ਸੀ ਪਤਾ। ਪੰਡਤਾਂ ਨੂੰ ਉਸ ਵਕਤ ਦਾ ਸਮੇਂ ਦਾ ਪਤਾ ਨਹੀਂ ਸੀ। ਜੇ ਪਤਾ ਹੁੰਦਾ ਇੱਕ ਪੁਰਾਣ ਲਿਖ ਦਿੰਦੇ ਹੋਰ ਵੀ ਇਸ ਤਰ੍ਹਾਂ ਇੱਦਾਂ ਸ੍ਰਿਸ਼ਟੀ ਸਾਜੀ ਹੈ। ਕਾਜ਼ੀਆਂ ਨੂੰ ਪਤਾ ਹੁੰਦਾ, ਉਹ ਕੁਰਾਨ ਵਿੱਚ ਲਿਖ ਦਿੰਦੇ। ਹਜ਼ੂਰ ਦੇ ਬਚਨ ਹਨ, ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ। ਹੋਰ ਕੋਈ ਨਹੀਂ ਜਾਣਦਾ। ਜਿਸ ਕਰਤੇ ਪੁਰਖ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ, ਸਾਹਿਬ ਜੀ ਕਹਿੰਦੇ ਉਹ ਆਪ ਹੀ ਜਾਣਦਾ ਕਦੋਂ ਸਾਜੀ, ਕਿਵੇਂ ਬਣਾਈ, ਕਿੱਦਾਂ ਬਣੀ ਹੈ, ਹੋਰ ਨਹੀਂ ਕੋਈ ਜਾਣਦਾ। ਸੋ ਵਾਹਿਗੁਰੂ ਪਰਮਾਤਮਾ, ਹੇ ਨਿਰੰਕਾਰ ਤੂੰ ਕਦੋਂ ਦਾ ਹੈ, ਇਸ ਬਾਰੇ ਕੋਈ ਨਹੀਂ ਜਾਣ ਸਕਦਾ। ਅਣਗਿਣਤ ਹੀ ਬ੍ਰਹਮਾ ਵਿਸ਼ਨੂੰ ਤੂੰ ਪੈਦਾ ਕੀਤੇ ਹੈ, ਉਹਨਾਂ ਨੂੰ ਆਪਣੇ ਮਨ ਦੇ ਹੰਕਾਰ ਦਾ ਮੋਹ ਹੋ ਗਿਆ। 84 ਲੱਖ ਜੂਨ ਅਪਾਈ, ਰਿਜ਼ਕ ਦਿਆ ਸਭ ਹੂੰ ਕੋ ਤਦ ਕਾ। ਸੱਚੇ ਪਾਤਸ਼ਾਹ ਵਾਹਿਗੁਰੂ ਜੀਓ ਆਪ ਜੀ ਨੇ 84 ਲੱਖ ਜੂਨ ਪੈਦਾ ਕੀਤੀ ਹੈ। 84 ਲੱਖ ਜੂਨ ਉਪਾਈ, ਰਿਜ਼ਕ ਦਿਆ ਸਭ ਹੂ ਕਉ ਤਦ ਕਾ। ਜਦੋਂ ਤੋਂ ਇਹ ਜੂਨਾਂ ਪੈਦਾ ਕੀਤੀਆਂ ਬਣਾਈਆਂ ਨੇ ਆਪ ਨੇ, ਉਦੋਂ ਤੋਂ ਹੀ ਆਪ ਜੀ ਨੇ ਸਾਰਿਆਂ ਨੂੰ ਰਿਜ਼ਕ ਦਿੱਤਾ ਹੋਇਆ ਹੈ। ਸਾਰਿਆਂ ਨੂੰ ਖਾਣ ਪੀਣ ਰਿਜ਼ਕ ਪਰਮਾਤਮਾ ਉਦੋਂ ਤੋਂ ਦੇ ਰਿਹਾ ਹੈ। ਅਸੀਂ ਰੋਜ਼ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਹਾਂ, ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜ਼ਕ ਆਗੇ ਕਰ ਧਰਿਆ। ਪਹਾੜਾਂ ਦੇ ਵਿੱਚ, ਪੱਥਰਾਂ ਦੇ ਵਿੱਚ ਕੀੜੇ ਪੈਦਾ ਕੀਤੇ ਪਰਮਾਤਮਾ ਨੇ, ਉਹਨਾਂ ਦਾ ਰਿਜ਼ਕ ਉੱਥੇ ਰੱਖਿਆ ਹੋਇਆ ਹੈ। ਸੋ ਜਦੋਂ ਤੋਂ ਇਹ ਸ੍ਰਿਸ਼ਟੀ ਤੂੰ ਪੈਦਾ ਕੀਤੀ ਹੈ, 84 ਲੱਖ ਜੂਨਾਂ ਤੂੰ ਬਣਾਈਆਂ ਨੇ ਮੇਰੇ ਨਿਰੰਕਾਰ ਵਾਹਿਗੁਰੂ, ਰਿਜ਼ਕ ਦਿਆ ਸਭ ਹੂੰ ਕਉ ਤਦ ਕਾ। ਤਦੋਂ ਦਾ, ਉਦੋਂ ਤੋਂ ਹੀ ਸਾਰਿਆਂ ਨੂੰ ਰਿਜ਼ਕ ਦਿੱਤਾ ਹੋਇਆ ਹੈ। ਬਾਣੀ ਦੇ ਬਚਨ ਨੇ, ਪਹਿਲੋਂ ਦੇ ਤੈਂ ਰਿਜ਼ਕ ਸਮਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ। ਪਹਿਲਾਂ ਪਰਮਾਤਮਾ ਰਿਜ਼ਕ ਪੈਦਾ ਕਰਦਾ ਹੈ, ਫਿਰ ਜਨਮ ਦਿੰਦਾ ਹੈ ਜੀਵਾਂ ਨੂੰ ਸੰਸਾਰ ਵਿੱਚ। ਐਸਾ ਉਹ ਦਿਆਲੂ ਹੈ, ਕਿਰਪਾਲੂ ਹੈ। 84 ਲੱਖ ਜੂਨ ਤੂੰ ਪੈਦਾ ਕੀਤੀ ਹੈ, ਸਾਰਿਆਂ ਨੂੰ ਰਿਜ਼ਕ ਦਿੱਤਾ ਹੈ। ਸੇਵਕ ਕਾ ਭਰਪੂਰ, ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਹੇ ਅਸਚਰਜ ਰੂਪ ਵਾਹਿਗੁਰੂ ਪਰਮਾਤਮਾ, ਸਾਰੇ ਸੇਵਕਾਂ ਨੂੰ ਤੇਰਾ ਹੀ ਆਸਰਾ, ਤੇਰਾ ਹੀ ਭਰੋਸਾ ਹੈ। ਔਰ ਸੇਵਕਾਂ ਦੇ ਹਿਰਦੇ ਜੁਗਾਂ ਜੁਗਾਂ ਤੋਂ ਤੂੰ ਭਰਪੂਰ ਕਰਦਾ ਆ ਰਿਹਾ ਹੈ। ਸੇਵਕਾਂ ਦੇ ਹਿਰਦੇ ਗੁਣਾਂ ਦੇ ਨਾਲ ਤੂੰ ਜੁਗਾਂ ਤੋਂ ਭਰਦਾ ਆ ਰਿਹਾ ਹੈ। ਵਾਹੋ ਵਾਹੋ ਕਾ ਵੱਡਾ ਤਮਾਸਾ, ਵਾਹੋ ਧੰਤਾ ਯੋਗ, ਵਾਹੋ ਪ੍ਰੇਰਕ ਅਸਚਰਜ ਵਾਹਿਗੁਰੂ ਪਰਮਾਤਮਾ ਜੋ ਹੈ, ਭੱਟ ਸਾਹਿਬਾਨ ਕਹਿੰਦੇ ਉਹਦਾ ਇਹ ਅਸਚਰਜ ਤਮਾਸ਼ਾ ਹੈ। ਇਹ ਜਿਹੜੀ ਸੰਸਾਰ ਖੇਡ ਪਰਮਾਤਮਾ ਨੇ ਰਚੀ ਬਣਾਈ ਹੈ, ਇਹ ਵਾਹਿਗੁਰੂ ਨਿਰੰਕਾਰ ਦਾ ਤਮਾਸ਼ਾ ਰਚਿਆ ਹੋਇਆ ਹੈ। ਕਲਗੀਧਰ ਜੀ ਮਹਾਰਾਜ ਵੀ ਬਚਨ ਕਰਦੇ ਨੇ, ਮੈਂ ਹੋਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਸ ਜਗਤ ਤਮਾਸ਼ੇ ਨੂੰ ਵੇਖਣ ਆਇਆ ਹਾਂ। ਸੋ ਇਹ ਵਾਹਿਗੁਰੂ ਦਾ ਰਚਿਆ ਹੋਇਆ ਜਗਤ ਤਮਾਸ਼ਾ ਹੈ। ਆਪੇ ਹਸਾਇ ਆਪ ਹੀ ਚਿਤਵਾਇ, ਆਪੇ ਚੰਦ ਸੂਰ ਪਰਗਾਸਾ। ਹੇ ਪ੍ਰਭੂ ਤੂੰ ਆਪ ਹੀ ਹੱਸਦਾ ਹੈ ਇਸ ਸੰਸਾਰ ਪਸਾਰੇ ਵਿੱਚ, ਆਪ ਹੀ ਚਿਤਵੈ, ਆਪ ਹੀ ਚਿਤਵਦਾ ਹੈ, ਸੋਚਾਂ ਸੋਚਦਾ ਹੈ, ਵਿਚਾਰ ਕਰਦਾ ਹੈ।
ਜੀਵ ਰੂਪ ਹੋ ਕਰਕੇ ਆਪ ਹੀ ਤੂੰ ਹੱਸ ਰਿਹਾ ਹੈ, ਆਪ ਹੀ ਸੋਚਾਂ ਸੋਚਦਾ ਚਿਤਵਦਾ ਹੈ। ਆਪੇ ਚੰਦ ਸੂਰ ਪ੍ਰਗਾਸਾ, ਹੇ ਪ੍ਰਭੂ ਤੂੰ ਆਪ ਹੀ ਚੰਦਰਮਾ ਅਤੇ ਸੂਰਜ ਨੂੰ ਪ੍ਰਕਾਸ਼ਿਆ ਹੋਇਆ ਹੈ। ਚੰਦਰਮਾ ਅਤੇ ਸੂਰਜ ਨੂੰ ਤੂੰ ਪ੍ਰਕਾਸ਼ ਦਿੱਤਾ ਹੈ, ਇਹਨਾਂ ਵਿੱਚ ਆਪਣੀ ਕੋਈ ਤਾਕਤ ਸਮਰੱਥਾ ਨਹੀਂ। ਤੂੰ ਹੀ ਸੂਰਜ ਨੂੰ ਪ੍ਰਕਾਸ਼ਿਆ ਹੈ, ਸਾਰੇ ਸੰਸਾਰ ਨੂੰ ਚਾਨਣ ਬਖਸ਼ਦਾ ਹੈ। ਤੂੰ ਹੀ ਚੰਦਰਮਾ ਨੂੰ ਪ੍ਰਕਾਸ਼ਿਆ ਹੈ। ਠੰਡੀਆਂ ਰੇਸ਼ਮਾਂ ਕਿਰਨਾਂ ਚੰਦਰਮਾ ਦੀਆਂ ਧਰਤੀ 'ਤੇ ਪੈਂਦੀਆਂ ਨੇ। ਚੰਦਰਮਾ ਅਤੇ ਸੂਰਜ ਇਹ ਤੇਰੇ ਪ੍ਰਕਾਸ਼ਿਤ ਕੀਤੇ ਐ। ਆਪੇ ਜਲ ਆਪੇ ਥਲ ਥੰਮਨ, ਆਪੇ ਕੀਆ ਘਟ ਘਟ ਬਾਸਾ। ਹੇ ਪ੍ਰਭੂ ਜਲ ਰੂਪ ਵੀ ਤੂੰ ਆਪ ਹੈ, ਔਰ ਥਲ ਜੋ ਖੁਸ਼ਕ ਥਾਂ ਇਹ ਜ਼ਮੀਨ ਧਰਤੀ ਪ੍ਰਿਥਵੀ ਰੂਪ ਵੀ ਤੂੰ ਆਪ ਹੀ ਹੈ। ਥੰਮਨ ਫਿਰ ਇਹਨਾਂ ਨੂੰ ਥੰਮਣ ਵਾਲਾ, ਟਿਕਾਉਣ ਵਾਲਾ, ਆਸਰਾ ਦੇਣ ਵਾਲਾ ਵੀ ਤੂੰ ਆਪ ਹੀ ਹੈ। ਜਲ ਰੂਪ ਵੀ ਤੂੰ ਆਪ ਹੈ, ਥਲ ਰੂਪ ਵੀ ਆਪ ਹੈ, ਆਸਰਾ ਰੂਪ ਵੀ ਤੂੰ ਆਪ ਹੈ। ਆਪੇ ਕੀਆ ਘਟ ਘਟ ਬਾਸਾ, ਤੂੰ ਆਪ ਹੀ ਹਰੇਕ ਹਿਰਦੇ ਵਿੱਚ ਵਾਸਾ ਕੀਤਾ ਹੋਇਆ ਹੈ। ਆਪੇ ਨਾਰੀ ਆਪੇ ਨਰ ਆਪੇ ਗੁਣ ਨਾਰੀ, ਆਪੇ ਸਾਰ ਆਪ ਹੀ ਪਾਸਾ। ਹੇ ਪ੍ਰਭੂ ਤੂੰ ਆਪੇ ਨਰ, ਆਪ ਹੀ ਮਨੁੱਖ ਹੈ, ਆਪ ਹੀ ਨਾਰੀ, ਫਿਰ ਆਪ ਹੀ ਤੂੰ ਇਸਤਰੀ ਹੈ। ਅਥਵਾ ਆਪੇ ਨਰ ਆਪੇ ਫੁਨ ਨਾਰੀ, ਤੂੰ ਆਪੇ ਹੀ ਨਰ ਪੁਰਸ਼ ਰੂਪ ਹੈ, ਫਿਰ ਆਪ ਹੀ ਤੂੰ ਨਾਰੀ ਇਸਤਰੀ ਰੂਪ ਹੈ। ਅਥਵਾ ਆਪ ਹੀ ਈਸ਼ਵਰ ਰੂਪ ਹੈ ਅਤੇ ਆਪ ਹੀ ਨਾਰੀ ਜੀਵ ਰੂਪ ਹੈ। ਆਪੇ ਸਾਰ ਆਪ ਹੀ ਪਾਸਾ, ਆਪ ਹੀ ਨਰਦ ਰੂਪ ਹੈ ਅਤੇ ਆਪ ਹੀ ਪਾਸਾ ਚੌਪੜ ਰੂਪ ਹੈ। ਇੱਕ ਖੇਡ ਹੁੰਦੀ ਚੌਪੜ ਦੀ, ਨਰਦਾਂ ਪਾਈਆਂ ਜਾਂਦੀਆਂ ਨੇ। ਹੇ ਪ੍ਰਭੂ ਪਰਮਾਤਮਾ ਜੀਵ ਰੂਪ ਨਰਦ ਵੀ ਤੂੰ ਆਪ ਹੀ ਹੈ, ਔਰ ਇਹ ਸੰਸਾਰ ਰੂਪ ਪਾਸਾ ਚੌਪੜ ਵੀ ਤੂੰ ਆਪ ਹੈ। ਗੁਰਮੁਖ ਸੰਗਤ ਸਭੈ ਵਿਚਾਰਹੁ, ਵਾਹੋ ਵਾਹੋ ਕਾ ਵੱਡਾ ਤਮਾਸਾ। ਗੁਰਮੁਖ ਸੰਗਤ ਸਭੈ ਵਿਚਾਰਹੁ, ਭੱਟ ਗਿਆਨੰਦ ਜੀ ਕਥਨ ਕਰਦੇ ਨੇ, ਹੇ ਗੁਰਮੁਖੋ ਗੁਰੂ ਦੀ ਸੰਗਤ ਵਿੱਚ ਟਿਕ ਕੇ ਸਾਰੇ ਇਸ ਗੱਲ ਦੀ ਵਿਚਾਰ ਕਰੋ। ਵਾਹੋ ਵਾਹੋ ਕਾ ਵੱਡਾ ਤਮਾਸਾ, ਤੰਤਾ ਯੋਗ ਅਸਚਰਜ ਰੂਪ ਵਾਹਿਗੁਰੂ ਪਰਮਾਤਮਾ ਦਾ ਇਹ ਸੰਸਾਰ ਰਚਿਆ ਹੋਇਆ ਇਹ ਵੱਡਾ ਤਮਾਸ਼ਾ ਹੈ। ਵਾਹਿਗੁਰੂ ਦੀ ਇਹ ਰਚੀ ਹੋਈ ਵੱਡੀ ਖੇਡ ਹੈ। ਕੀਆ ਖੇਲ ਵੱਡ ਮੇਲ ਤਮਾਸਾ, ਵਾਹਿਗੁਰੂ ਤੇਰੇ ਸਭ ਰਚਨਾ। ਸੋ ਇੱਥੇ ਇਹ 13ਵੀਂ ਵਾਰ ਸ਼ਬਦ ਆਇਆ ਵਾਹਿਗੁਰੂ। ਹੇ ਵਾਹਿਗੁਰੂ ਪਰਮਾਤਮਾ ਤੇਰੀ ਸਭ ਰਚਨਾ, ਜਿੰਨੀ ਵੀ ਰਚਨਾ ਅਸੀਂ ਦੇਖਦੇ ਹਾਂ ਸਾਰੀ ਤੇਰੀ ਰਚੀ ਹੋਈ ਬਣਾਈ ਹੋਈ ਹੈ। ਕਿਤੇ ਤੂੰ ਜਲ ਦਰਿਆ ਵਹਾਏ ਹੈ, ਕਿਤੇ ਖੁਸ਼ਕ ਥਾਂ ਬਣਾਈ ਹੈ, ਕਿਤੇ ਮਾਰੂਥਲ ਪੈਦਾ ਕੀਤਾ ਹੈ, ਕਿਤੇ ਉੱਚੇ ਪਹਾੜ ਨੇ, ਪੱਥਰ ਹਨ, ਇਹ ਸਾਰੀ ਤੇਰੀ ਰਚਨਾ ਹੈ। ਕਿਤੇ ਘਣੇ ਸੰਘਣੇ ਜੰਗਲ ਹਨ, ਕਿਤੇ ਉਜਾੜ ਬਣਾਈ ਹੋਈ ਹੈ, ਕਈਆਂ ਥਾਵਾਂ 'ਤੇ ਘੁੱਗ ਵਸਦੇ ਨਗਰ ਨੇ। ਇਹ ਸਾਰੀ ਤੇਰੀ ਹੀ ਰਚਨਾ ਹੈ, ਤੂੰ ਹੀ ਸਾਰੀ ਬਣਾਈ ਹੈ। ਕੀਆ ਖੇਲ ਬੜ ਮੇਲ ਤਮਾਸ਼ਾ, ਇਹ ਜਗਤ ਤਮਾਸ਼ਾ ਵੱਡੇ ਤੱਤਾਂ ਨੂੰ ਮਿਲ ਕੇ ਤੂੰ ਖੇਡ ਬਣਾਈ ਹੈ। ਵੱਡ ਮੇਲ ਦਾ ਅਰਥ ਵੱਡੇ ਜਿਹੜੇ ਤੱਤ ਨੇ ਉਹ ਤੂੰ ਆਪਸ ਵਿੱਚ ਮਿਲਾਏ ਨੇ। ਪੰਜਾਂ ਤੱਤਾਂ ਤੋਂ ਇਹ ਵਾਹਿਗੁਰੂ ਪਰਮਾਤਮਾ ਸਾਰੀ ਖੇਡ ਰਚੀ ਹੋਈ ਹੈ। ਪਾਂਚ ਤਤ ਕੋ ਤਨ ਰਚਿਓ, ਜਨਹੁ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਵਾਹਿਗੁਰੂ ਨੇ ਵੇਖੋ ਪੰਜ ਤੱਤ ਇੱਕ ਥਾਂ 'ਤੇ ਇਕੱਠੇ ਕਰਕੇ ਸਾਡੇ ਸਰੀਰ ਦੀ ਸਿਰਜਣਾ ਕੀਤੀ ਹੈ। ਫਿਰ ਐਸੇ ਤੱਤ ਜਿਹੜੇ ਇੱਕ ਦੂਜੇ ਦੇ ਵਿਰੋਧੀ ਨੇ। ਅੱਗ ਅਤੇ ਪਾਣੀ ਦਾ ਕੀ ਮੇਲ ਹੈ, ਪਰ ਸਰੀਰ ਵਿੱਚ ਅਗਨੀ ਵੀ ਹੈ, ਸਰੀਰ ਵਿੱਚ ਪਾਣੀ ਵੀ ਹੈ। ਇਸ ਤਰੀਕੇ ਦੇ ਨਾਲ ਪਰਮਾਤਮਾ ਨੇ ਤੱਤਾਂ ਨੂੰ ਮੇਲ ਕੇ ਸਰੀਰ ਸਾਜਿਆ ਹੋਇਆ ਬਣਾਇਆ ਹੈ। ਕੀਆ ਖੇਲ ਬੜ ਮੇਲ ਤਮਾਸ਼ਾ, ਸੋ ਇਹ ਵੱਡੇ ਤੱਤਾਂ ਨੂੰ ਮਿਲ ਕੇ ਸੰਸਾਰ ਦੀ ਖੇਡ, ਇਸ ਸੰਸਾਰ ਦੇ ਤਮਾਸ਼ੇ ਨੂੰ ਵਾਹਿਗੁਰੂ ਨੇ ਪੈਦਾ ਕੀਤਾ ਹੈ। ਹੇ ਨਿਰੰਕਾਰ ਵਾਹਿਗੁਰੂ ਇਹ ਸਾਰੀ ਤੇਰੀ ਰਚਨਾ ਹੈ ਸ੍ਰਿਸ਼ਟੀ ਦੀ। ਤੂੰ ਜਲ ਥਲ ਗਗਨ ਪਿਆਲ ਪੂਰ ਰਹਿ,
ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ। ਹੇ ਨਿਰੰਕਾਰ ਪ੍ਰਭੂ, ਤੂੰ ਜਲ ਵਿੱਚ, ਥਲ ਵਿੱਚ, ਗਗਨ ਆਕਾਸ਼ ਵਿੱਚ ਤੇ ਪਿਆਲ ਪਤਾਲ ਵਿੱਚ ਪਰਿਪੂਰਨ ਹੋ ਰਿਹਾ ਹੈ। ਸਾਰਿਆਂ ਥਾਵਾਂ 'ਤੇ ਤੂੰ ਵਸਦਾ ਹੈ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਹਰ ਥਾਂ 'ਤੇ ਹੈ ਪਰਮਾਤਮਾ। ਕਲਗੀਧਰ ਮਹਾਰਾਜ ਅਕਾਲ ਉਸਤਤ ਵਿੱਚ ਉਚਾਰਦੇ ਹੈ, ਜਲੇ ਹਰੀ, ਥਲੇ ਹਰੀ, ਨਭੇ ਹਰੀ, ਛਿਤੇ ਹਰੀ। ਸਾਰੀਆਂ ਥਾਵਾਂ 'ਤੇ ਹਰੀ ਪ੍ਰਭੂ ਪਰਮਾਤਮਾ ਵਾਹਿਗੁਰੂ ਹੈ। ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ, ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ। ਜਿਸ ਆਪ ਜੀ ਦੇ ਬਚਨ ਅੰਮ੍ਰਿਤ ਨਾਲੋਂ ਵੀ ਮਿੱਠੇ ਹੈ। ਬੜਾ ਪਿਆਰਾ ਬੋਲ ਹੈ ਪਰਮੇਸ਼ਰ ਵਾਹਿਗੁਰੂ ਜੀ ਦਾ, ਜੋ ਗੁਰੂ ਮੁਖ ਤੋਂ, ਭਗਤਾਂ ਦੇ ਮੁਖ ਤੋਂ ਪ੍ਰਗਟ ਹੁੰਦਾ ਹੈ। ਮਿੱਠ ਬੋਲੜਾ ਜੀ, ਮਿੱਠ ਬੋਲੜਾ, ਹਰ ਸੱਜਣ ਸੁਆਮੀ ਮੋਰਾ। ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌਰਾ। ਕੌਰਾ ਬੋਲ ਨਾ ਜਾਣੈ, ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ। ਇਹੋ ਜਿਹਾ ਕਿਰਪਾਲੂ ਹੈ, ਔਗਣਾਂ ਨੂੰ ਨਹੀਂ ਚਿਤਾਰਦਾ, ਮਿੱਠੇ ਬੋਲ ਬੋਲਦਾ ਹੈ। ਆਪ ਜੀ ਦੇ ਬਚਨ ਅੰਮ੍ਰਿਤ ਤੋਂ ਵੀ ਮਿੱਠੇ ਹਨ। ਮਾਨੇ ਬ੍ਰਹਮਾਦਿਕ ਰੁਦਾਦਿਕ, ਕਾਲ ਕਾ ਕਾਲ ਨਿਰੰਜਨ ਜਚਨਾ। ਮਨ ਹੈ ਬ੍ਰਹਮਾਦਿਕ ਰੁਦਰਾਦਿਕ, ਬ੍ਰਹਮਾ ਆਦਿਕ ਤੋਂ ਲੈ ਕੇ ਉਹਦੇ ਪੁੱਤਰ, ਔਰ ਇਸੇ ਤਰ੍ਹਾਂ ਸ਼ਿਵ ਜੀ ਤੋਂ ਆਦਿਕ ਲੈ ਕਰਕੇ ਗਣੇਸ਼, ਕਾਰਤਿਕੇ ਔਰ ਹੋਰ ਉਸ ਦੇ ਗਣ ਸ਼ਿਵ ਜੀ ਦੇ, ਇਹ ਸਾਰੇ ਤੈਨੂੰ ਮੰਨਦੇ ਹੈ, ਤੇਰਾ ਧਿਆਨ ਧਰਦੇ, ਤੈਨੂੰ ਪੂਜਦੇ ਹੈ। ਕਾਲ ਕਾ ਕਾਲ, ਹੇ ਪ੍ਰਭੂ ਤੂੰ ਕਾਲ ਦਾ ਵੀ ਕਾਲ ਹੈ। ਕਾਲ ਜਿਹੜਾ ਸਾਰੇ ਸੰਸਾਰ ਨੂੰ ਖਾਂਦਾ, ਤੂੰ ਉਹਦਾ ਵੀ ਕਾਲ ਕਰਨ ਵਾਲਾ ਹੈ। ਨਿਰੰਜਨ ਜਚਨਾ, ਤੂੰ ਮਾਇਆ ਦੀ ਕਾਲਖ ਤੋਂ ਰਹਿਤ ਹੈ। ਤੇਰੇ ਉੱਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ, ਤੇ ਜਚਨਾ ਸਾਰੇ ਤੇਰੇ ਦਰ ਦੇ ਮੰਗਤੇ, ਸਾਰੇ ਤੇਰੇ ਤੋਂ ਹੀ ਮੰਗਦੇ ਐ। ਗੁਰ ਪ੍ਰਸਾਦ ਪਾਈਐ ਪਰਮਾਰਥ, ਸਤ ਸੰਗਤ ਸੇਤੀ ਮਨ ਖਚਨਾ। ਸੋ ਭੱਟ ਗਿਆਨਤ ਜੀ ਕਥਨ ਕਰਦੇ ਐ, ਗੁਰੂ ਦੀ ਕਿਰਪਾ ਦੇ ਨਾਲ ਪਰਮਾਰਥ, ਪਰਮ ਅਰਥ, ਤਤ ਸਿਧਾਂਤ ਰੂਪ ਪਰਮਾਤਮਾ ਪਾਇਆ ਜਾਂਦਾ ਹੈ। ਸਤ ਸੰਗਤ ਸੇਤੀ ਮਨ ਖਚਨਾ, ਅਤੇ ਗੁਰੂ ਦੀ ਕਿਰਪਾ ਦੇ ਨਾਲ ਮਨ ਸਤ ਸੰਗਤ ਵਿੱਚ ਖਚਿਤ ਹੋ ਜਾਂਦਾ ਹੈ। ਭਾਵ ਗੁਰੂ ਦੀ ਕਿਰਪਾ ਨਾਲ ਮਨ ਸਤ ਸੰਗਤ ਦੇ ਵਿੱਚ ਜੁੜ ਜਾਂਦਾ ਹੈ। ਕੀਆ ਖੇਲ ਵਡ ਮੇਲ ਤਮਾਸਾ, ਵਾਹ ਗੁਰੂ ਤੇਰੇ ਸਭ ਰਚਨਾ। ਹੇ ਵਾਹਿਗੁਰੂ, ਇਹ ਸਾਰੀ ਤੇਰੀ ਹੀ ਰਚਨਾ ਹੈ। ਤੂੰ ਅਸਚਰਜ ਰੂਪ ਹੈ, ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਵੱਡੇ ਪੰਜ ਤੱਤਾਂ ਨੂੰ ਮਿਲ ਕੇ ਇਹ ਸਾਰਾ ਜਗਤ ਤਮਾਸ਼ਾ, ਜਗਤ ਦੀ ਖੇਡ ਵਾਹਿਗੁਰੂ ਪਰਮਾਤਮਾ ਤੂੰ ਪੈਦਾ ਕੀਤੀ ਹੈ। ਅਗਮ ਅਨੰਤ ਅਨਾਦ ਆਦ, ਜਿਸ ਕੋਇ ਨਾ ਜਾਣਾ। ਸੋ ਸਾਧ ਸੰਗਤ, ਇੱਥੋਂ ਤੱਕ ਭੱਟ ਗਿਆਨਤ ਜੀ ਦੇ ਇਹ 8 ਸਵਈਏ ਆਏ ਹੈ। ਇਸ ਤੋਂ ਅੱਗੇ 7 ਸਵਈਏ ਭੱਟ ਮਥੁਰਾ ਜੀ ਦੇ ਆਉਣਗੇ। ਇੱਥੇ ਅੰਕਾਂ ਦੀ ਵੀ ਗਿਣਤੀ ਹੈ। ਕੀਆ ਖੇਲ ਬੜ ਮੇਲ ਤਮਾਸਾ, ਵਾਹ ਗੁਰੂ ਤੇਰੀ ਸਭ ਰਚਨਾ। 2 ਡੰਡੀਆਂ ਲਾ ਕੇ 3 ਅੰਕ ਨੇ। ਭਾਵ ਇਹ 3 ਸਵਈਏ ਜਿਹੜੇ ਹੈ ਵੱਖਰੀ ਚਾਲ ਦੇ ਭੱਟ ਗਿਆਨਤ ਜੀ ਦੇ ਨੇ। ਫਿਰ 2 ਡੰਡੀਆਂ ਲਾ ਕੇ 13 ਅੰਕ ਹੈ। 3 ਸਵਈਏ ਇਹ ਭੱਟ ਗਿਆਨਤ ਦੇ, ਤੇ 5 ਇਸ ਤੋਂ ਪਹਿਲੇ ਦੇ, ਜਿਨ੍ਹਾਂ ਦੀ ਚਾਲ ਇਹਨਾਂ ਤੋਂ ਵੱਖਰੀ ਹੈ। ਇਹ ਚਾਲ ਵੱਖਰੀ ਹੋਣ ਕਰਕੇ ਇੱਥੇ ਅੰਕ ਬਦਲਿਆ। ਇਹ 3 ਸਵਈਏ ਵੱਖਰੀ ਚਾਲ ਦੇ ਆਏ। ਪਿਛਲੇ ਜਿਹੜੇ 5 ਸਵਈਏ ਭੱਟ ਗਿਆਨਤ ਦੇ ਸਨ, ਵਾਹਿਗੁਰੂ 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 ਵਾਹਿ ਜੀਓ, ਕਵਲ ਨੈਨ ਮਧੁਰ ਬੈਨ, ਕੋਟ ਸੈਨ ਸੰਗ ਸੋਭ, ਕਹਿਤ ਮਾਂ ਜਸੋਧ ਜਿਸੈ ਦਹੀ ਭਾਤ ਖਾਹੇ ਜੀਓ। ਇਹ 5 ਸਵਈਏ ਉਹ ਵੱਖਰੀ ਚਾਲ ਦੇ ਸੀ। 5 ਤੇ 3 8, ਤੇ 5 ਉਸ ਤੋਂ ਪਿੱਛੇ ਦਾਸ ਭੱਟ ਦੇ ਉਚਾਰਨ ਕੀਤੇ ਹੋਏ। 8 ਤੇ 5 13, ਤਾਂ ਇਹ ਇਸ ਥਾਂ 'ਤੇ 13 ਅੰਕ ਆਏ ਹੈ। ਔਰ ਇਸ ਤੋਂ ਅੱਗੇ ਫਿਰ 42 ਅੰਕ ਦਿੱਤਾ। ਇੱਥੋਂ ਤੱਕ ਕੁੱਲ ਗੁਰੂ ਰਾਮਦਾਸ ਜੀ ਦੀ ਸਿਫਤ ਦੇ ਵਿੱਚ 42 ਸਵਈਏ ਨੇ। ਸੋ ਇਸ ਤਰ੍ਹਾਂ ਇਹ ਅੰਕਾਂ ਦੀ ਗਿਣਤੀ, ਇਹਦੇ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ।
ਸੋ ਅੱਗੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਅਗਮ ਅਨੰਤ ਅਨਾਦ ਆਦ ਜਿਸ ਕੋਏ ਨਾ ਜਾਣੈ। ਹੁਣ ਇੱਥੋਂ ਭੱਟ ਮਥੁਰਾ ਜੀ ਸਵਈਏ ਉਚਾਰਦੇ ਹੈ, ਹੇ ਪ੍ਰਭੂ ਤੂੰ ਅਗਮ ਅਪਹੁੰਚ ਹੈ, ਅਨੰਤ ਤੂੰ ਬੇਅੰਤ ਹੈ, ਤੇਰਾ ਕੋਈ ਅੰਤ ਨਹੀਂ, ਅਨਾਦ ਅਨਆਦ ਤੇਰਾ ਕੋਈ ਮੁੱਢ ਵੀ ਨਹੀਂ, ਤੂੰ ਮੁੱਢ ਤੋਂ ਰਹਿਤ ਹੈ। ਆਦ ਜਿਸ ਕੋਏ ਨਾ ਜਾਣੇ, ਜਿਸ ਆਪ ਜੀ ਦੇ ਆਦ ਨੂੰ ਕੋਈ ਵੀ ਨਹੀਂ ਜਾਣ ਸਕਦਾ। ਤੂੰ ਕਦੋਂ ਤੋਂ ਪੈਦਾ ਹੋਇਆ, ਕਦੋਂ ਪ੍ਰਗਟ ਹੋਇਆ, ਇਸ ਬਾਰੇ ਤੇਰੇ ਮੁੱਢ ਨੂੰ ਕੋਈ ਵੀ ਨਹੀਂ ਜਾਣ ਸਕਦਾ। ਸਿਵ ਬੈਰੰਚ ਧਾਰ ਧਿਆਨ ਤੈ ਜਿਸ ਵੇਦ ਬਖਾਣਾ। ਸਿਵ ਬਿਰੰਚ ਧਰ ਧਿਆਨ, ਸਿਵ ਸ਼ਿਵ ਜੀ ਤੇ ਬਿਰੰਚ ਬ੍ਰਹਮਾ। ਹੇ ਪ੍ਰਭੂ ਇਹ ਤੇਰਾ ਧਿਆਨ ਧਾਰਦੇ ਹੈ। ਨਿਤ ਹੈ ਜਿਸ ਵੇਦ ਬਖਾਣੇ, ਜਿਸ ਆਪ ਜੀ ਦੇ ਜਸ ਨੂੰ ਨਿਤ ਹੀ ਵੇਦ ਕਥਨ ਕਰਦੇ ਹੈ। ਨਿਰੰਕਾਰ ਨਰ ਵੈਰ ਅਵਰ ਨਹੀਂ ਦੂਸਰ ਕੋਏ। ਹੇ ਪ੍ਰਭੂ ਤੂੰ ਆਕਾਰ ਰਹਿਤ ਹੈ, ਨਿਰਵੈਰ ਤੂੰ ਵੈਰ ਰਹਿਤ ਹੈ, ਤੇਰੇ ਨਾਲ ਤੇਰਾ ਕਿਸੇ ਨਾਲ ਕੋਈ ਵੈਰ ਨਹੀਂ। ਅਵਰ ਨਹੀਂ ਦੂਸਰ ਕੋਈ, ਤੇਰੇ ਵਰਗਾ ਹੋਰ ਕੋਈ ਦੂਜਾ ਹੈ ਹੀ ਨਹੀਂ। ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਜਿੱਦਾਂ ਦਾ ਤੂੰ ਹੈ, ਤੂੰ ਆਪਣੇ ਆਪ ਵਿੱਚ ਆਪਣੇ ਵਰਗਾ ਆਪ ਹੀ ਹੈ, ਤੇਰੇ ਵਰਗਾ ਹੋਰ ਕੋਈ ਵੀ ਦੂਜਾ ਨਹੀਂ ਹੈ। ਭੰਜਨ ਗਣ ਸਮਰੱਥ ਤਾਰਨ ਤਾਰਨ ਪ੍ਰਭ ਸੋਏ। ਇੱਕ ਤਾਂ ਇਹ ਸ਼ਬਦ ਸਮੱਥ ਹੈ, ਭੰਜਨ ਗੜਨ ਸਮੱਥ, ਤਰਨ ਤਾਰਨ ਪ੍ਰਭ ਸੋਈ। ਪਹਿਲਾਂ ਤਰਨ ਸ਼ਬਦ ਫਿਰ ਤਾਰਨ। ਹੇ ਪ੍ਰਭੂ ਤੂੰ ਸ੍ਰਿਸ਼ਟੀ ਦੇ ਪੈਦਾ ਕਰਨ ਨੂੰ ਔਰ ਨਾਸ਼ ਕਰਨ ਨੂੰ ਸਮਰੱਥ ਹੈ। ਸਮੱਥ ਦਾ ਅਰਥ ਸ਼ਕਤੀ ਵਾਲਾ, ਤਾਕਤ ਵਾਲਾ ਹੈ। ਸ਼ਬਦ ਸਮੱਥ, ਤੂੰ ਸ਼ਕਤੀ ਵਾਲਾ ਹੈ। ਭੰਜਨ ਮਤਲਬ ਭੰਨਣ ਵਾਲਾ, ਨਾਸ਼ ਕਰਨ ਵਾਲਾ। ਗੜਨ ਬਣਾਉਣ ਵਾਲਾ, ਪਰਲੋ ਕਰਨ ਨੂੰ ਵੀ ਤੂੰ ਤਾਕਤ ਵਾਲਾ ਸਮਰੱਥ ਹੈ, ਬਣਾਉਣ ਵਾਲਾ ਵੀ ਤੂੰ ਸਮਰੱਥ ਹੈ। ਤਰਨ ਤਾਰਨ ਪ੍ਰਭ ਸੋਈ। ਹੇ ਪ੍ਰਭੂ ਤੂੰ ਸੰਸਾਰ ਤੋਂ ਜੀਵਾਂ ਨੂੰ ਤਾਰਨ ਵਾਸਤੇ ਤਰਨ ਜਹਾਜ਼ ਰੂਪ ਹੈ। ਸੋਈ ਤੂੰ ਸੋਭਾ ਵਾਲਾ ਹੈ। ਨਾਨਾ ਪ੍ਰਕਾਰ ਜਿਨ ਜਗ ਕੀਓ, ਜਨ ਮਥੁਰਾ ਰਸਨਾ ਰਸੈ। ਭੱਟ ਮਥੁਰਾ ਜੀ ਕਹਿੰਦੇ ਐ, ਮੈਂ ਜਨ ਸੇਵਕ ਆਪਣੀ ਰਸਨਾ ਨੂੰ ਰਸਾ ਕੇ ਵਾਹਿਗੁਰੂ ਦੇ ਨਾਮ ਨੂੰ ਜਪਦਾ ਹਾਂ। ਨਾਨਾ ਪ੍ਰਕਾਰ ਜਿਨ ਜਗ ਕੀਓ, ਜਿਸ ਵਾਹਿਗੁਰੂ ਨੇ ਅਨੇਕ ਪ੍ਰਕਾਰ ਦਾ ਇਹ ਜਗਤ ਪੈਦਾ ਕੀਤਾ ਹੈ। ਅਸੀਂ ਰੋਜ਼ ਪੜ੍ਹਦੇ ਹਾਂ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਰੰਗਾਂ ਰੰਗਾਂ ਦੀ ਉਹਨੇ ਸ੍ਰਿਸ਼ਟੀ ਪੈਦਾ ਕੀਤੀ, ਤਰ੍ਹਾਂ ਤਰ੍ਹਾਂ ਦੀਆਂ ਜਿਨਸਾਂ ਪੈਦਾ ਕੀਤੀਆਂ ਵਾਹਿਗੁਰੂ ਪਰਮੇਸ਼ਰ ਨੇ। ਇਹ ਮਾਇਆ ਸਵਲ ਸੰਸਾਰ ਪੈਦਾ ਕੀਤਾ ਵਾਹਿਗੁਰੂ ਨੇ। ਸੋ ਇਸ ਲਈ ਨਾਨਾ ਪ੍ਰਕਾਰ ਜਿਨ ਜਗ ਕੀਓ, ਜਿਸ ਨੇ ਤਰ੍ਹਾਂ ਤਰ੍ਹਾਂ ਦਾ ਅਨੇਕ ਤਰ੍ਹਾਂ ਦਾ ਇਹ ਜਗਤ ਪੈਦਾ ਕੀਤਾ ਹੈ। ਜਨ ਮਥੁਰਾ ਰਸਨਾ ਰਸੈ। ਭੱਟ ਮਥੁਰਾ ਜੀ ਕਹਿੰਦੇ, ਮੈਂ ਜਨ ਸੇਵਕ ਰਸਨਾ ਨੂੰ ਰਸਾ ਕੇ ਪ੍ਰੇਮ ਸਹਿਤ ਪ੍ਰਭੂ ਦੇ ਨਾਮ ਨੂੰ ਸਿਮਰਦਾ ਹਾਂ। ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤਹਿ ਬਸੈ। ਕਰਤਾ ਪੁਰਖ ਪਰਮਾਤਮਾ ਦਾ ਸ੍ਰੀ ਸੋਭਾ ਵਾਲਾ ਸੱਚਾ ਨਾਮ ਗੁਰ ਰਾਮਦਾਸ ਚਿਤਹਿ ਬਸੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਿੱਤ ਵਿੱਚ ਵਸਦਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮਾਤਮਾ ਦਾ ਨਾਮ ਵਸਦਾ ਹੈ। ਸ੍ਰੀ ਜਿਹੜਾ ਸੋਭਾ ਵਾਲਾ ਹੈ, ਤ੍ਰੈ ਕਾਲ ਆਬਾਦ ਹੈ, ਪ੍ਰਸਿੱਧ ਹੈ, ਜਿਹੜਾ ਸਦਾ ਹੋਂਦ ਵਾਲਾ ਹੈ, ਜਿਹੜਾ ਪ੍ਰਭੂ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ, ਪੈਦਾ ਕਰਕੇ ਸਾਰਿਆਂ ਦੇ ਵਿੱਚ ਵਿਆਪਕ ਹੈ। ਐਸੇ ਪ੍ਰਭੂ ਪਰਮਾਤਮਾ ਦਾ ਸੱਚਾ ਨਾਮ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਸਦਾ ਹੀ ਵਸਦਾ ਹੈ। ਸਤਿਗੁਰੂ ਪਾਤਸ਼ਾਹ ਮਿਹਰਾਮਤ ਕਰਨ। ਹਜ਼ੂਰ ਦੀ ਪਾਵਨ ਅੰਮ੍ਰਿਤ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਕੀ ਸੰਗਤ ਨੇ ਹੋਈਆਂ ਭੁੱਲਾਂ ਦੀ ਮੁਆਫੀ ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਲਿਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨ ਬਖਸ਼ਨਹਾਰ ਬਖਸ਼ ਲੈ।
ਨਾਨਕ ਪਾਰ ਉਤਾਰ। ਨਾਨਾ ਪ੍ਰਕਾਰ ਜਨ ਜਗ ਕੀਓ, ਜਨ ਮਥੁਰਾ ਰਸਨਾ ਰਸੈ। ਸ੍ਰੀ ਸਤਨਾਮ ਕਰਤਾ ਪੁਰਖ, ਗੁਰ ਰਾਮਦਾਸ ਤਹਿ ਬਸੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ